ਨਾਵਲ ਮੜੀ ਦਾ ਦੀਵਾ ਭਾਗ 15ਵਾਂ। ਘਰ ਆਉਂਦਿਆਂ ਹੀ ਜਗਸੀਰ ਮੰਜੀ ਵਿਹੜੇ ਵਿੱਚ ਡਾਹ ਕੇ ਪੈ ਗਿਆ। ਅੰਦਰ ਖੋਹ ਇੰਨੀ ਪਈ ਜਾਂਦੀ ਸੀ ਜਿਵੇਂ ਕਾਲਜਾ ਵੱਢਿਆ ਜਾ ਰਿਹਾ ਸੀ। ਖੱਦਰ ਦੇ ਮੂਕੇ ਨਾਲ ਕੱਸ ਕੇ ਉਹਨੇ ਲੱਕ ਬੰਨ੍ਹ ਲਿਆ ਤੇ ਗੋਡੇ ਹਿੱਕ ਵਿੱਚ ਦੇ ਕੇ ਪਿਆ ਰਿਹਾ, ਪਰ ਖੋਹ ਅਜੇ ਵੀ ਨਹੀਂ ਸੀ ਹਟਦੀ। ਖੇਸ ਵਿੱਚ ਮੂੰਹ ਸਿਰ ਢੱਕ ਕੇ ਅੱਖਾਂ ਮੀਚਦਿਆਂ ਉਹਨੇ ਕਈ ਵਾਰੀ ਇੱਧਰੋਂ ਧਿਆਨ ਕੱਢਣ ਦਾ ਯਤਨ ਕੀਤਾ। ਫਿਰ ਬੇਚੈਨੀ ਹੋਰ ਵੱਧਦੀ ਗਈ। ਅਖੀਰ ਉਹ ਉੱਠ ਕੇ ਬਹਿ ਗਿਆ। ਕੁਝ ਚਿਰ ਗੋਡਿਆਂ 'ਤੇ ਕੂਹਣੀਆਂ ਧਰੀ ਢਿੱਡ ਇਕੱਠਾ ਕਰੀ ਰੱਖਿਆ, ਪਰ ਫਿਰ ਉੱਠ ਕੇ ਤੁਰ ਪਿਆ। ਤੁਰਨ ਲੱਗਿਆਂ ਕਾਲਜੇ ਵਿੱਚੋਂ ਇੱਕ ਚੀਸ ਉੱਠ ਕੇ ਸਿਰ ਨੂੰ ਚੜ੍ਹੀ ਤੇ ਵਿੰਦਕ ਫਿਰ ਕੌਲੇ ਦਾ ਸਹਾਰਾ ਲੈ ਕੇ ਖੜੋ ਗਿਆ। ਕੁਝ ਚਿਰ ਮਗਰੋਂ ਅੱਖਾਂ ਅੱਗੇ ਆਇਆ ਹਨੇਰਾ ਘਟਣ ਲੱਗ ਪਿਆ ਤੇ ਆਪਣਾ ਆਪ ਸਾਂਭ ਕੇ ਉਹ ਮੁੜ ਤੁਰ ਪਿਆ। ਦਿਨ ਛਿਪ ਚੱਲਿਆ ਸੀ। ਹੌਲੀ ਹੌਲੀ ਉਹ ਧਰਮ ਸਿੰਘ ਦੇ ਘਰ ਤਾਈਂ ਅੱਪੜ ਗਿਆ। ਜਦੋਂ ਗਲੀ ਵਿੱਚੋਂ ਉਹਨੇ ਨਿਗਾਹ ਮਾਰ ਕੇ ਵੇਖਿਆ, ਮਗਰਲੇ ਕੋਠੇ ਦੇ ਸਾਹਮਣੇ ਚੌਂਕੇ ਵਿੱਚ ਭਾਂਤੇ ਦੀ ਬਹੂ ਆਟਾ ਗੁੰਨੀ ਜਾਂਦੀ ਦਿਸੀ। ਪਹਿਲਾਂ ਉਹ ਕੁਝ ਚਿਰ ਝਿਜਕਿਆ, ਪਰ ਫਿਰ ਵੱਡੇ ਤਖਤੇ ਦੀ ਵਿੱਥ ਵਿੱਚੋਂ ਉਹਨੂੰ ਇੱਕ ਮੋਟੀ ਸਾਰੀ ਅੱਖ ਲਿਸ਼ਕਦੀ ਦਿਸੀ ਤੇ ਨਾਲ ਦੀ ਨਾਲ ਉਹ ਸਾਵਾ ਵੱਲ ਦਰੰਭਿਆ। ਜਗਸੀਰ ਦੇ ਧੁਰ ਅੰਦਰ ਜਿਵੇਂ ਤਿੱਖੀ ਸ਼ੈ ਖੁੱਭ ਗਈ ਹੋਵੇ ਤੇ ਨਾਲ ਦੀ ਨਾਲ ਉਹਦੀ ਕੋਈ ਨਿੱਗਰ ਜਿਹੀ ਚੀਜ਼ ਪਿੰਗਰ ਕੇ ਢਲਦੀ ਤੇ ਤੱਤੇ ਘਿਓ ਵਾਂਗ ਸਾਰੇ ਪਿੰਡੇ ਵਿੱਚ ਖਿੱਲਰਦੀ ਲੱਗੀ। ਇੱਕ ਪਲ ਹੋਰ ਤੇ ਜਗਸੀਰ ਨੂੰ ਜਿਵੇਂ ਬਾਹੋਂ ਫੜ ਕੇ ਕੋਈ ਅੰਦਰ ਖਿੱਚ ਕੇ ਲੈ ਗਿਆ। ਅੰਦਰ ਵੜਦਿਆਂ ਉਹਨੇ ਆਟਾ ਗੁੰਨਦੀ ਭਾਂਤੇ ਦੀ ਬਹੂ ਵੱਲ ਤੱਕਿਆ। ਉਹਦਾ ਧਿਆਨ ਆਪਣੇ ਕੰਮ ਵਿੱਚ ਸੀ। ਜਦੋਂ ਜਗਸੀਰ ਦਰਵਾਜ਼ੇ ਵਿੱਚ ਦਿਸਿਆ ਤਾਂ ਦੋਵੇਂ ਬਲਦ ਫੇਰ ਰੰਭੇ। ਜਗਸੀਰ ਅੰਦਰ ਵੜਦਿਆਂ ਸਾਰ ਦੋਹੇ ਬਲਦਾਂ ਦੇ ਵਿਚਕਾਰ ਖਲੋ ਗਿਆ। ਝੱਲਿਆਂ ਵਾਂਗ ਉਹ ਉਹਨਾਂ ਨੂੰ ਥਾਪੀਆਂ ਦਿੰਦਾ, ਪਿੰਡੇ 'ਤੇ ਹੱਥ ਫੇਰਦਾ ਤੇ ਉਹਨਾਂ ਦੇ ਕੰਨ ਟੋਂਦਾ ਆਪ ਮੁਹਾਰਾ ਹੀ ਬੋਲੀ ਗਿਆ, ਤੁਸੀਂ ਤਾਂ ਸਹੁਰਿਓ ਮਾੜੇ ਹੀ ਬਲਾ ਹੋ ਗਏ। ਕਿਸੇ ਨੇ ਕਦੇ ਪੱਠੇ ਤੱਥੇ ਵੀ ਚੱਜ ਨਾਲ ਪਾਏ ਆ ਕਿ ਉਹ ਸਹੁਰੇ ਭੋਲਿਓ, ਤੁਹਾਡੀਆਂ ਤਾਂ ਕੁੱਖਾਂ ਹੀ ਅੰਦਰ ਵੜ ਪਈਆਂ। ਵੇਖ ਕਿਵੇਂ ਸਾਰੀਆਂ ਪਸਲੀਆਂ ਅੱਡੋ ਅੱਡ ਦਿਸਦੀਆਂ। ਜਦੋਂ ਪਾਲਣ ਵਾਲਾ ਤੁਹਾਡਾ ਖਿਆਲ ਛੱਡ ਗਿਆ, ਹੋਰ ਕੌਣ ਕਰੇ? ਕਿਸੇ ਨੂੰ ਕੀ ਲੋੜ ਹੈ? ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈ। ਖਾਂ ਨਿਰੇ ਹੱਡ ਹੀ ਰਹਿ ਗਏ। ਬਲਦ ਉਹਦੇ ਹੱਥ ਲੱਤਾਂ ਬਾਹਾਂ ਇੰਝ ਚੱਟੀ ਜਾਂਦੇ ਸਨ ਜਿਵੇਂ ਉਹਨੂੰ ਚੱਟ ਕੇ ਆਪਣੀ ਭੁੱਖ ਮਿਟਾਉਣਾ ਚਾਹੁੰਦੇ ਹੋਣ। ਉਹਨਾਂ ਦੀਆਂ ਮੋਟੀਆਂ ਨਗੋਰੀ ਅੱਖਾਂ ਵਿੱਚੋਂ ਇੱਕ ਅਜਿਹੀ ਸਿੱਲ ਸੀ ਜਿਹਦਾ ਅਨੁਭਵ ਕੇਵਲ ਜਗਸੀਰ ਵਰਗਾ ਬੰਦਾ ਹੀ ਕਰ ਸਕਦਾ ਸੀ, ਜਿਸ ਉਹਨਾਂ ਨੂੰ ਨਿੱਕੇ ਹੁੰਦਿਆਂ ਤੋਂ ਨਾਲਾਂ ਨਾਲ ਦੁੱਧ ਪਿਆ ਕੇ ਪਾਲਿਆ ਸੀ। ਘੰਟਿਆਂ ਬੰਦੀ ਉਹਨਾਂ ਦੇ ਪਿੰਡੇ ਖਰਖਰੇ ਨਾਲ ਖੁਰਚ ਕੇ, ਕੱਪੜੇ ਨਾਲ ਪੂੰਝ ਕੇ ਮਖਮਲ ਵਾਂਗ ਕੂਲੇ ਕੀਤੇ ਸਨ। ਉਹਨਾਂ ਦੇ ਸਿੰਘ ਮੱਖਣੀ ਨਾਲ ਚੋਪੜ ਕੇ ਨਾਗਾਂ ਵਾਂਗ ਲਿਸ਼ਕਾਏ ਸਨ। ਸਿਆਲ ਦੇ ਮਹੀਨੇ ਰਾਤਾਂ ਨੂੰ ਉੱਠ ਕੇ ਉਹਨਾਂ ਦੇ ਹੋਠਾਂ ਗੋਹਾ ਹੂੰਝ ਕੇ ਸੁੱਕ ਖਲਿਆਰੀ ਸੀ ਤੇ ਜਿਸ ਕਦੇ ਵੀ ਉਹਨਾਂ ਕੋਲੋਂ ਬਿੱਤੋਂ ਵੱਧ ਕੰਮ ਨਹੀਂ ਸੀ ਲਿਆ ਤੇ ਕਦੇ ਜ਼ੋਰ ਨਾਲ ਪੁਰਾਣੀ ਨਹੀਂ ਸੀ ਮਾਰੀ। ਦੋਹਾਂ ਬਲਦਾਂ ਨੇ ਉਹਨੂੰ ਆਪਣੇ ਵਿਚਕਾਰ ਇੰਝ ਘੁੱਟ ਲਿਆ ਸੀ ਜਿਵੇਂ ਹੁਣ ਮੁੜ ਇੱਥੋਂ ਹਿੱਲਣ ਨਾ ਦੇਣਾ ਚਾਹੁੰਦੇ ਹੋਣ। ਜਗਸੀਰ ਉਹਨਾਂ ਦੀਆਂ ਅੱਖਾਂ ਵੱਲ ਤੱਕਦਾ, ਉਹਨਾਂ ਦੀਆਂ ਬੂਥੀਆਂ ਤੇ ਮੱਥਿਆਂ ਨੂੰ ਪਲੋਸਦਾ, ਉਵੇਂ ਉਹਨਾਂ ਨਾਲ ਗੱਲਾਂ ਕਰੀ ਜਾਂਦਾ ਸੀ। ਉਹਨੂੰ ਆਪਣੀ ਸਾਰੀ ਪੀੜ ਵਿਸਰ ਗਈ ਸੀ। ਸਾਰੀ ਦੁਨੀਆ ਹੀ ਜਿਵੇਂ ਭੁੱਲ ਗਈ ਜਾਪਦੀ ਸੀ। ਹੋਰ ਤਾਂ ਜਿਹੜਾ ਕੁਛ ਕਰਨਾ ਸੀ ਕਰਤਾ, ਹੁਣ ਇਹਨਾਂ ਨੂੰ ਵੀ ਖੋਲ ਕੇ ਲਿਜਾਣ ਦੀ ਸਲਾਹ ਹੋਣੀ ਹੈ। ਜਗਸੀਰ ਦੇ ਸਿਰ ਵਿੱਚ ਜਿਵੇਂ ਕਿਸੇ ਨੇ ਇੱਟ ਮਾਰੀ ਹੋਵੇ। ਉਸ ਪਛਾਂ ਵੇਖਿਆ, ਨਿੱਕਾ ਜਿਹਾ ਘੁੰਡ ਕੱਢੀ ਭਾਂਤੇ ਦੀ ਬਹੂ ਦਰਵਾਜ਼ੇ ਦੇ ਅੰਦਰ ਬੂਹੇ ਕੋਲ ਖੜੋਤੀ ਸੀ। ਧੰਨੋਂ ਵਾਂਗ ਹੀ ਉਹਨੇ ਇੱਕ ਹੱਥ ਨਾਲ ਕੁੰਡ ਫੜ ਕੇ ਦੂਜਾ ਢਾਕ 'ਤੇ ਧਰਿਆ ਹੋਇਆ ਸੀ। ਜਗਸੀਰ ਨੇ ਇੱਕ ਵਾਰੀ ਉਸ ਵੱਲ ਵੇਖ ਕੇ ਇੰਝ ਨੀਵੀਂ ਪਾ ਲਈ ਜਿਵੇਂ ਉਹ ਸੱਚੀ ਮੁੱਚੀ ਚੋਰੀਓਂ ਬਲਦ ਖੋਲ੍ਹਣ ਆਇਆ ਫੜਿਆ ਗਿਆ ਹੋਵੇ। ਉਸ ਨੀਵੀਂ ਪਾਈ ਦੋਛੀਆਂ ਵਾਲੀ ਆਵਾਜ਼ ਵਿੱਚ ਹੌਲੀ ਜਿਹੇ, ਕੋਈ ਨਹੀਂ ਬੱਚਾ, ਮੈਂ ਧਰਮ ਸਿਉ ਨੂੰ
ਲੱਗਦਾ ਸਿਉਂਦਾ। ਉਹਦੀ ਗੱਲ ਵਿੱਚੋਂ ਟੋਕ ਕੇ ਭਾਂਤੇ ਦੀ ਬਹੂ ਗੁੱਸੇ ਵਿੱਚ ਬੋਲੀ, ਤੇਰੀ ਜਾਨ ਦੇ ਪੁਆੜੇ ਪਾਇਆ, ਖਬਰੇ ਉਹਨੂੰ ਕਿਹੜੇ ਖੂਹ ਟੋਬੇ ਪਾਇਆ। ਸਾਡੇ ਤਾਂ 4 ਦਿਨ ਹੋ ਗਏ ਸਾਡੇ ਟੱਬਰ ਨੂੰ ਭਾਜੜ ਪਈ ਫਿਰਦੀ ਹੈ। ਇਹ ਵੱਡਾ ਸਰਦਾਰ ਅਜੇ ਮਿਲਣੀਆਂ ਕਰਨ ਆਇਆ। ਵੱਡੇ ਪਿਆਰਾਂ ਵਾਲਾ, ਇਹਨਾਂ ਦੇ ਮੂੰਹ ਚੱਟੀ ਜਾਨਾ। ਉਹਨੂੰ ਲਿਆ ਖਾਂ ਭਾਲ ਕੇ ਜਿਹਦਾ ਸਾਰੀ ਉਮਰ ਅੰਨ ਖਾਧਾ। ਬੁੜੀ ਆਪਦੀ ਦਾ ਮਰਨਾ ਕਰ ਲਿਆ। ਲੋਕਾਂ ਤੋਂ ਵਾਹ ਖੱਟ ਲਈ ਤੇ ਘਰ ਸਾਡਾ ਉਜਾੜਤਾ। ਤੇਰੇ ਅਰਗੇ ਬੰਦੇ ਹੁੰਦੇ ਆ, ਜੇ ਲੰਬੀ ਸੋਚਦੇ ਸਾਡੇ ਨਾਲ ਆ ਨਾ ਕਰਦਾ। ਆਪਦੀ ਦੇ ਦਿਨਾਂ ਦੀ ਵਾਹ ਖਾਤਰ ਤੈਂ ਸਾਡਾ ਜੀਓ ਜੀ ਸੂਲੀ ਟੰਗਤਾ ਤੈਨੂੰ। ਇੱਕੋ ਸਾਹ ਭਾਂਤੀ ਦੀ ਬਹੂ ਬੋਲੀ ਜਾਂਦੀ ਸੀ। ਜਗਸੀਰ ਸੁੰਨ ਹੋਇਆ ਸੁਣੀ ਜਾਂਦਾ ਸੀ। ਉਹਦੇ ਚਿਹਰੇ ਉੱਤੋਂ ਇਹਨਾਂ ਦੋਹਾਂ ਪਲਾਂ ਵਿੱਚ ਇੰਨੇ ਪ੍ਰਭਾਵ ਉਖੜੇ ਤੇ ਗਵਾਚ ਗਏ ਸਨ। ਭਾਂਤੇ ਦੀ ਬਹੂ ਦਾ ਕੋਈ ਸ਼ਬਦ ਹੈਰਾਨੀ ਅਤੇ ਉਹਦੀਆਂ ਅੱਖਾਂ ਪਾੜ ਦਿੰਦਾ ਸੀ। ਕੋਈ ਉਹਦੇ ਸਿਰ ਵਿਚਕਾਰ ਵੱਟੇ ਵਾਂਗ ਵੱਜਦਾ ਸੀ ਤੇ ਕੋਈ ਉਹਦੇ ਢਿੱਡ ਵਿੱਚ ਸੇਲੇ ਵਾਂਗ ਧੱਸ ਕੇ ਸਾਰੀ ਦੇਹ ਨੂੰ ਤੜਫਣ ਲਾ ਦਿੰਦਾ ਸੀ। ਇਹਨਾਂ 2 ਪਲਾਂ ਦਾ ਸਮਾਂ ਉਹਦੇ ਲਈ ਐਡਾ ਲੰਬਾ ਹੋ ਗਿਆ ਸੀ ਜਿਵੇਂ 2 ਵਰ੍ਹੇ ਉਹਨੂੰ ਇੰਝ ਬਲਦਾਂ ਦੇ ਵਿਚਕਾਰ ਖੜੋਤਿਆਂ ਬੀਤ ਗਏ ਸਨ। ਉਹਦੇ ਪੈਰ ਹਿਲਦੇ ਨਹੀਂ ਸਨ ਜਿਵੇਂ ਧਰਤੀ ਵਿੱਚ ਗੱਡੇ ਗਏ ਹੋਣ, ਜਿਵੇਂ ਉਹ ਇੱਕ ਰੁੱਖ ਹੋਵੇ ਜਿਹਨੂੰ ਜ਼ੋਰਾਂ ਨਾਲ ਝੱਖੜ ਮੋੜ ਘੋੜ ਧਰਤੀ ਨਾਲ ਪਟਕ ਰਿਹਾ ਹੋਵੇ, ਪਰ ਉਹਦੀਆਂ ਜੜ੍ਹਾਂ ਅਜੇ ਵੀ ਪੁੱਟੀਆਂ ਨਾ ਜਾ ਰਹੀਆਂ ਹੋਣ। ਜਗਸੀਰ ਦਾ ਹੋਸ਼ ਹਵਾਸ ਪੂਰੀ ਤਰ੍ਹਾਂ ਕੰਮ ਨਹੀਂ ਸਨ ਕਰ ਰਹੇ। ਉਹਨੂੰ ਬੜਾ ਉੱਚਾ ਸੁਣ ਰਿਹਾ ਸੀ, ਬੜਾ ਹੀ ਘੱਟ ਦਿਸ ਰਿਹਾ ਸੀ। ਬਲਦਾਂ ਦੇ ਹੇਠ ਪਏ ਸੁੱਕੇ ਚਰੀ ਦੇ ਮੋਟੇ ਟੰਡੇ ਵੀ ਨਹੀਂ ਸਨ ਦਿਸ ਰਹੇ। ਇਹ ਕੁਜਾਤ ਇੱਥੇ ਕੀ ਲੈਣ ਆਇਆ? ਸੁਪਨੇ ਵਿੱਚ ਸੁਣਦਿਆਂ ਕਿਸੇ ਭੂਤ ਦੀ ਆਵਾਜ਼ ਵਾਂਗ ਉਹਨੂੰ ਭਾਂਤੇ ਦੀ ਬਹੂ ਦੀ ਆਵਾਜ਼ ਵਰਗੀ ਫਿਰ ਉਦੋਂ ਭਾਰੀ ਤੇ ਕੁਰੱਖਤ ਆਵਾਜ਼ ਸੁਣਾਈ ਦਿੱਤੀ। ਜਦੋਂ ਉਹਦਾ ਰਤਾ ਸਿਰ ਉਤਾਂਹ ਚੁੱਕਿਆ ਤਾਂ ਸਾਹਮਣੇ ਰਾਖਸ਼ ਵਾਂਗ ਖੜੀ ਧੰਨੋ ਨੂੰ ਵੇਖ ਕੇ ਉਹਦੀਆਂ ਅੱਖਾਂ ਅੱਗੇ ਪਹਿਲਾਂ ਨਾਲੋਂ ਵਧੇਰੇ ਸੰਘਣਾ ਹਨੇਰਾ ਛਾ ਗਿਆ। ਜੇ ਬੰਦੇ ਦਾ ਪੁੱਤ ਆ ਤਾਂ ਹੁਣੇ ਨਿਕਲ ਜਾ ਇੱਥੋਂ, ਨਹੀਂ ਤੇਰੀਆਂ ਬੋਟੀਆਂ ਕਰਕੇ ਖਾ ਜੂ, ਧੰਨੋ ਨੇ ਦੰਦ ਚੀਚਦਿਆਂ ਆਖਿਆ। ਪਰ ਉਹਦੀ ਆਵਾਜ਼ ਜਗਸੀਰ ਨੂੰ ਐਤਕੀ ਪਹਿਲਾਂ ਨਾਲੋਂ ਅਸਪਸ਼ਟ ਸੁਣਾਈ ਦਿੱਤੀ। ਅੱਗ ਲਾਈ ਡੱਬੂ ਕੰਧ ਤੇ, ਸਾਡੇ ਘਰ ਹੱਥੀ ਲਾ ਕੇ ਉੱਤੋਂ ਫੂਕਾ ਮਾਰਨਾ ਹੈ। ਜਾਂ ਨਿਕਲ ਜਾ ਮੇਰੇ ਘਰੋਂ, ਤੇ ਨਾਲੇ ਇਦੋਂ ਮੁੜ ਕੇ ਮੈਂ ਖੇਤ ਫਿਰਦਾ ਸੁਣ ਵੀ ਲਿਆ ਤਾਂ ਤੇਰੀਆਂ ਲੱਤਾਂ ਉੱਥੇ ਹੀ ਵੱਢ ਆਊਂ। ਸਾਡਾ ਖੇਤ ਲੱਗਦੇ ਖੇਤਾਂ ਦੇ, ਤੁਸੀਂ ਖੇਤ ਦੇ ਸਾਲੇ ਲੱਗਦੇ ਹੋ। ਜਿੱਥੇ ਕਿਤੇ ਪਿਓ ਦੀ ਕਮਾਈ ਦਾ ਖਰੀਦਿਆ ਹੁੰਦਾ, ਉਸ ਭੌਂਦੂ ਦੇ ਸਿਰ 'ਤੇ ਸਵਾਹ ਦੀ ਚੁੰਡੀ ਪਾ ਕੇ ਫੱਫੇ ਕੁੱਟਣੀ ਨੇ ਸਾਰੀ ਉਮਰ ਚੂੰਡ ਕੇ ਖਾ ਲਿਆ। ਹੁੰਦੀ ਨਾ ਉਹ ਜਿਉਂਦੀ, ਫੇਰ ਮੈਂ ਪੱਟਦੀ ਉਹਦਾ ਝਾਟਾ ਵਾਲ ਕਰਕੇ। ਜਿਹੜੀਆਂ ਤੁਸੀਂ ਸਾਡੇ ਨਾਲ ਕੀਤੀਆਂ, ਰਹਿੰਦੀ ਖੁੰਦੀ ਇੱਕੋ ਕਸਰ ਸੀ ਘਰ ਪਾੜਨ ਦੀ, ਉਹ ਵੀ ਪੂਰੀ ਕਰਤੀ। ਚੜ੍ਹਾ ਕੇ ਉਸ ਪਤੰਦਰ ਨੂੰ ਹੱਥ 'ਤੇ ਮੰਗਵਾ ਲਏ ਨੋਟ। ਬਗਾਨੇ ਧਨ ਨਾਲ ਮਰਨੇ ਕਰਕੇ ਉਸ ਡੈਣ ਦੀ ਗੱਤ ਨਹੀਂ ਹੋਣੀ। ਜਾ ਨਿਕਲ ਜਾ ਮੇਰੇ ਘਰੋਂ। ਜੇ ਮੁੜ ਇਸ ਗਲੀ ਵੀ ਲੰਘਦਾ ਵੇਖ ਲਿਆ ਤਾਂ ਸੀਰਮੇ ਪੀਜੂ। ਧੰਨੋ ਨੇ ਇੰਨੇ ਜ਼ੋਰ ਨਾਲ ਦੰਦ ਪਚੀਕਦਿਆਂ ਚੀਖ ਕੇ ਆਖਿਆ ਕਿ ਜਗਸੀਰ ਨੂੰ ਇੰਝ ਲੱਗਿਆ ਜਿਵੇਂ ਉਹਦੇ ਸੁੱਤੇ ਪਏ ਦੇ ਸਿਰ ਵਿੱਚ ਕਿਸੇ ਨੇ ਡਾਂਗ ਮਾਰੀ ਹੋਵੇ। ਹੋਰ ਜੋ ਕੁਝ ਧੰਨੋ ਨੇ ਆਖਿਆ ਉਹਨੂੰ ਪਲੋਂ ਪਲ ਵਧੇਰੇ ਅਸਪਸ਼ਟ ਸੁਣਦਾ ਗਿਆ ਸੀ ਤੇ ਇਸ ਸ਼ੀਰਮੇ ਪੀਜੂ ਆਖਣ ਉਹਦੀ ਇੰਝ ਦੇਹ ਸੁੰਨੀ ਹੋ ਰਹੀ ਸੀ। ਤੇ ਜਦੋਂ ਜਗਸੀਰ ਨੇ ਆਪਣਾ ਖੱਬਾ ਪੈਰ ਉਤਾਂਹ ਚੁੱਕਿਆ ਤਾਂ ਉਹਨੂੰ ਇੰਨੇ ਜ਼ੋਰ ਲਾਉਣਾ ਪਿਆ ਜਿਵੇਂ ਜੱਫੇ 'ਚ ਆਉਣ ਜੋਗੀ ਕਿੱਕਰ ਨੂੰ ਜੜੋਂ ਪੁੱਟ ਰਿਹਾ ਹੋਵੇ। ਪੋਹ ਦੇ ਮਹੀਨੇ ਵਿੱਚ ਉਸਦਾ ਸਰੀਰ ਮੁੜਕੀ ਹੋ ਗਿਆ ਸੀ। ਇਵੇਂ ਉਸ ਸੱਜਾ ਪੈਰ ਚੁੱਕਿਆ ਤੇ ਫਿਰ ਆਪਣੀ ਏਡੀ ਹੌਲੀ ਹੋ ਗਈ ਦੇਹ ਹੇਠ ਉਹਦੀਆਂ ਲੱਤਾਂ ਇੰਝ ਕੰਬਦੀਆਂ ਆਈਆਂ ਜਿਵੇਂ ਭਾਰਾ ਮੁੱਚਰ ਸਿਰ ਉੱਤੇ ਧਰੀ ਆਉਂਦਾ ਹੋਵੇ। ਧੰਨੋ ਪਿੱਛੋਂ ਹੋਰ ਕੀ ਕੁਝ ਆਖਦੀ ਰਹੀ। ਗਲੀ ਵਿੱਚ ਕੌਣ ਟੱਕਰਿਆ, ਕਿਹਨੇ ਉਹਨੂੰ ਪੁੱਛਿਆ ਤੇ ਕੀ ਆਖਿਆ, ਕਿਸੇ ਵੀ ਗੱਲ ਦਾ ਉਹਨੂੰ ਪਤਾ ਨਹੀਂ ਸੀ।
ਘਰ ਆ ਕੇ ਉਹ ਕੋਠੜੀ ਅੰਦਰ ਆ ਵੜਿਆ ਤੇ ਰਜਾਈ ਵਿੱਚ ਮੂੰਹ ਸਿਰ ਵਲੇਟ ਕੇ ਪੈ ਗਿਆ। ਧੰਨਵਾਦ।